Hello students, welcome to your class. My name is Pooja Kapoor and today we are going to discuss lesson 4 of class 10th. आज ਆਪਾਂ 10th class ਦਾ lecture ਜਿਹੜਾ ਹੈ ਉਹ deliver ਕਰ ਰਹੇ ਹਾਂ and our topic is secret of happiness. Secret of happiness. Secret मतलब रहस्य. खुश रहने ਦਾ रहस्य ਕੀ ਹੈ ਕਿ ਜੇ ਤੁਸੀਂ ਖੁਸ਼ ਰਹਿਣਾ ਉਹਦੇ ਪਿੱਛੇ ਕੀ ਰਾਜ਼ ਹੈ ਜਿਹਦੇ ਨਾਲ ਤੁਸੀਂ ਆਪਣੀ ਉਸ ਖੁਸ਼ੀ ਨੂੰ ਕਾਇਮ ਕਰ ਸਕਦੇ ਹੋ and it is written by Norman Vincent Peale. Norman Vincent Peale. Norman Vincent Peale ਜਿਹੜੇ ਹੈ ਉਹ ਇੱਕ author ਦੇ ਨਾਲ ਇੱਕ American minister ਵੀ ਰਹੇ ਹਨ. He was an American minister ਔਰ ਉਹਨਾਂ ਦਾ ਜਿਹੜਾ date of birth ਜਿਹੜਾ ਹੈ year 1898 ਤੋਂ ਲੈ ਕੇ 1993 ਤੱਕ ਜਿਹੜਾ ਹੈ ਉਹਨਾਂ ਦਾ time period ਰਿਹਾ. Means he was born in 1898 and ਜਿਹੜੀ ਉਹਨਾਂ ਦੀ death ਹੈ ਉਹ ਹੋਈ ਹੈ 1993 ਦੇ ਵਿੱਚ. He was known for his work, The Power of Positive Thinking. Norman Vincent Peale ਜਿਹੜੇ ਹੈ ਉਹ ਪੋਜ਼ਿਟਿਵ ਥਿੰਕਿੰਗ ਨੂੰ ਬਹੁਤ ਜ਼ਿਆਦਾ ਮੰਨਦੇ ਸੀ. ਪੋਜ਼ਿਟਿਵ ਥਿੰਕਿੰਗ ਮਤਲਬ ਜਿਹੜੀ ਤੁਹਾਡੀ ਸੋਚ ਹੈ, ਤੁਹਾਡੇ ਵਿਚਾਰ ਨੇ ਉਹ ਹਮੇਸ਼ਾ ਸਕਾਰਾਤਮਕ ਹੋਣੇ ਚਾਹੀਦੇ, ਨਕਾਰਾਤਮਕ ਨਹੀਂ ਹੋਣੇ ਚਾਹੀਦੇ. ਮਤਲਬ ਜਦੋਂ ਵੀ ਤੁਸੀਂ ਕਿਸੇ ਚੀਜ਼ ਲਈ ਸੋਚੋ ਤਾਂ ਹਮੇਸ਼ਾ ਪੋਜ਼ਿਟਿਵ ਲੈ ਕੇ ਸੋਚੋ. ਤਾਂ ਉਹਨਾਂ ਦੀ ਜਿਹੜੀ ਬੁੱਕ ਹੈ ਦ ਪਾਵਰ ਆਫ ਪੋਜ਼ਿਟਿਵ ਥਿੰਕਿੰਗ ਬੈਸਟ ਸੈਲਿੰਗ ਬੁੱਕ ਰਹੀ ਹੈ. ਬੈਸਟ ਬੁੱਕ ਮੰਨੀ ਜਾਂਦੀ ਸੀ ਉਹਨਾਂ ਦੀ ਨਾਰਮਨ ਵਿੰਸੈਂਟ ਪੀਲ ਦੀ. ਤਾਂ ਅੱਜ ਆਪਾਂ ਉਹਨਾਂ ਦੇ ਹੀ ਬਾਰੇ ਜੋ ਉਹਨਾਂ ਦਾ ਲਿਖਿਆ ਹੋਇਆ ਚੈਪਟਰ ਹੈ ਦ ਸੀਕ੍ਰੇਟ ਆਫ ਹੈਪੀਨੈਸ ਉਸ ਬਾਰੇ ਡਿਸਕਸ ਕਰਾਂਗੇ ਕਿ ਕੀ ਇਸ ਚੈਪਟਰ ਦੇ ਵਿੱਚ ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਕੀ ਇਹੋ ਜਿਹਾ ਮੈਸੇਜ ਜਿਹੜਾ ਹੈ ਉਹਨਾਂ ਨੇ ਸਟੂਡੈਂਟਸ ਦੇ ਲਈ, ਟੀਚਰਸ ਦੇ ਲਈ ਔਰ ਸਭ ਦੇ ਲਈ ਜਿਹੜਾ ਹੈ ਉਹ ਲਿਖਿਆ. ਸੋ ਇੱਕ ਬਰੀਫ ਇੰਟਰੋਡਕਸ਼ਨ ਜਿਹੜੀ ਹੈ ਉਹ ਆਪਾਂ ਕਰਦੇ ਹਾਂ. ਨਾਰਮਨ ਵਿੰਸੈਂਟ ਪੀਲ ਜਿਹੜੇ ਹੈ ਉਹਨਾਂ ਨੇ ਕੀ ਕਿਹਾ, ਹਾਊ ਵੀ ਕੈਨ ਗੇਨ ਸਕਸੈਸ ਇਨ ਲਾਈਫ. ਇਸ ਚੈਪਟਰ ਦੇ ਵਿੱਚ ਇੱਕ ਪੁਆਇੰਟ ਉਹਨਾਂ ਨੇ ਦੱਸਿਆ ਕਿ ਹਾਊ ਵੀ ਕੈਨ ਗੇਨ ਸਕਸੈਸ ਇਨ ਲਾਈਫ. ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਜਿਹੜੀ ਹੈ, ਸਫਲਤਾ ਜਿਹੜੀ ਹੈ ਉਹ ਕਿਵੇਂ ਪ੍ਰਾਪਤ ਕਰ ਸਕਦੇ ਹਾਂ. ਦੈਨ ਹੀ ਐਮਫਸਾਈਜ਼, ਉਹਨਾਂ ਨੇ ਕਿਸ ਚੀਜ਼ ਦੇ ਉੱਤੇ ਜ਼ੋਰ ਦਿੱਤਾ, ਵੀ ਸ਼ੁੱਡ ਰਿਅਲਾਈਜ਼ ਆਰ ਪਾਵਰਸ. ਰਿਅਲਾਈਜ਼ ਆਰ ਪਾਵਰਸ ਕਿ ਜਿਹੜੀਆਂ ਸਾਡੀਆਂ ਸ਼ਕਤੀਆਂ ਨੇ, ਜਿਹੜੀ ਸਾਡੇ ਅੰਦਰ ਪਾਵਰ ਹੈ, ਸਾਨੂੰ ਉਸ ਬਾਰੇ ਜਾਣਨਾ ਚਾਹੀਦਾ ਹੈ, ਸਾਨੂੰ ਉਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ. ਹਾਊ ਟੂ ਫੇਸ ਦ ਫੀਅਰ. ਫੀਅਰ ਡਰ. ਡਰ ਜਿਹੜਾ ਹੈ ਉਹ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ. ਤਾਂ ਇਸ ਵਿੱਚ ਉਹਨਾਂ ਨੇ ਇਹੀ ਸਮਝਾਇਆ ਕਿ ਕਿਸ ਤਰ੍ਹਾਂ ਅਸੀਂ ਡਰ ਨੂੰ ਫੇਸ ਕਰ ਸਕਦੇ ਹਾਂ, ਕਿ ਜਿਹੜਾ ਉਹ ਸਾਡਾ ਸਭ ਤੋਂ ਵੱਡਾ ਐਨੀਮੀ ਹੈ, ਜੋ ਸਾਨੂੰ ਹਰ ਚੀਜ਼ ਦੇ ਲਈ ਡਰਾ ਦਿੰਦਾ ਹੈ, ਨਰਵਸ ਕਰ ਦਿੰਦਾ, ਅੱਗੇ ਨਹੀਂ ਵਧਣ ਦਿੰਦਾ, ਨੈਗੇਟਿਵ ਸੋਚ ਰੱਖਦਾ ਹੈ, ਉਹਨੂੰ ਅਸੀਂ ਕਿਵੇਂ ਕੰਟਰੋਲ ਕਰਨਾ ਹੈ ਤੇ ਕਿਵੇਂ ਅਸੀਂ ਫੇਸ ਕਰਨਾ ਹੈ. ਵੀ ਸ਼ੁੱਡ ਹੈਵ ਫੇਥ ਇਨ ਆਵਰਸੈਲਵਸ. ਸਭ ਤੋਂ ਵੱਡੀ ਗੱਲ, ਸਾਨੂੰ ਸਾਡੇ ਉੱਤੇ ਯਕੀਨ ਹੋਣਾ ਚਾਹੀਦਾ. ਫੇਥ ਇਨ ਆਵਰਸੈਲਵਸ, ਆਪਣੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ, ਆਪਣੇ ਉੱਤੇ ਫੇਥ ਹੋਣਾ ਚਾਹੀਦਾ. ਹਾਊ ਟੂ ਯੂਜ਼ ਅਨਯੂਜ਼ਡ ਪਾਵਰਸ. ਦੇਖੋ ਅਨਯੂਜ਼ਡ ਪਾਵਰਸ, ਇਸ ਚੀਜ਼ ਦੇ ਉੱਤੇ ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ ਕਿ ਇਨਸਾਨ ਜਿਹੜਾ ਹੈ ਆਪਣੇ ਬ੍ਰੇਨ ਦਾ ਸਾਰਾ ਪਰਸੈਂਟ ਯੂਜ਼ ਨਹੀਂ ਕਰਦਾ. ਅਸੀਂ ਹਾਰਡਲੀ 20% 25% ਯੂਜ਼ ਕਰਾਂਗੇ. ਤਾਂ ਇਸ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਉਹ ਬਾਕੀ ਪਾਵਰਸ ਨੇ ਅਸੀਂ ਉਹਨੂੰ ਕਿਵੇਂ ਯੂਜ਼ ਕਰਨਾ ਹੈ. ਉਹ ਅਨਯੂਜ਼ਡ ਪਾਵਰ ਜਿਹੜੀ ਹੈ, ਜੋ ਸਾਡੇ ਅੰਦਰ ਹਿਡਨ ਟੈਲੈਂਟ ਹੈ, ਜੋ ਸਾਡੀਆਂ ਖੂਬੀਆਂ ਨੇ, ਜੋ ਕਿਤੇ ਨਾ ਕਿਤੇ ਛਿਪੀਆਂ ਹੋਈਆਂ ਜਾਂ ਕਈ ਵਾਰ ਸਾਨੂੰ ਵੀ ਨਹੀਂ ਸਮਝ ਆਉਂਦਾ ਕਿ ਅਸੀਂ ਕਿਵੇਂ ਐਕਸਪ੍ਰੈਸ ਕਰਨੀਆਂ ਕਿਸੇ ਦੇ ਅੱਗੇ. ਇਸ ਵਿੱਚ ਉਹਨਾਂ ਨੇ ਇਹੀ ਸਮਝਾਇਆ ਹਾਊ ਟੂ ਯੂਜ਼ ਦ ਅਨਯੂਜ਼ਡ ਪਾਵਰਸ. ਸੀ ਦੇਖੋ ਕਿੰਨੇ ਸਾਰੇ ਪੁਆਇੰਟਸ ਨੇ. ਇਹ ਪੁਆਇੰਟਸ ਤੋਂ ਹੀ ਪਤਾ ਚੱਲਦਾ ਹੈ ਕਿ ਉਹ ਕਿਸ ਤਰ੍ਹਾਂ ਸਾਡੇ ਅੰਦਰ ਪੋਜ਼ਿਟਿਵਿਟੀ ਜਿਹੜੀ ਆ ਉਹ ਪੈਦਾ ਕਰਨਾ ਚਾਹੁੰਦੇ ਨੇ. ਕੌਣ? ਨਾਰਮਨ ਵਿੰਸੈਂਟ ਪੀਲ ਬਾय ਦ ਚੈਪਟਰ ਸੀਕ੍ਰੇਟ ਆਫ ਹੈਪੀਨੈਸ. ਖੁਸ਼ ਰਹਿਣ ਦਾ ਰਹੱਸ. ਤਾਂ ਇਹੀ ਪੁਆਇੰਟਸ ਨੇ ਜੋ ਨਾਰਮਨ ਵਿੰਸੈਂਟ ਪੀਲ ਨੇ ਡਿਸਕਸ ਕੀਤੇ ਹੈ. ਹੁਣ ਆਪਾਂ ਇਹਨੂੰ ਅੱਗੇ ਅੱਛੀ ਤਰ੍ਹਾਂ ਜਿਹੜਾ ਹੈ ਉਹ ਡਿਸਕਸ ਕਰਾਂਗੇ. ਸੋ ਇਹ ਜਿਹੜਾ ਚੈਪਟਰ ਹੈ ਸੀਕ੍ਰੇਟ ਆਫ ਹੈਪੀਨੈਸ, ਜਿਸ ਵਿੱਚ ਨਾਰਮਨ ਵਿੰਸੈਂਟ ਪੀਲ ਨੇ ਮੈਸੇਜ ਜਿਹੜਾ ਹੈ ਕਨਵੇ ਕੀਤਾ ਹੈਪੀਨੈਸ ਦੇ ਲਈ. ਇਹ ਮੈਸੇਜ, ਇਹ ਚੈਪਟਰ ਸਟੂਡੈਂਟਸ ਦੇ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਸਟੂਡੈਂਟਸ ਜਿਹੜੇ ਕਈ ਵਾਰੀ ਫੀਅਰ ਦੇ ਵਿੱਚ ਆ ਕੇ, ਡਰ ਦੇ ਵਿੱਚ ਆ ਕੇ ਕੁਝ ਇਹੋ ਜਿਹੇ ਸਟੈਪਸ ਲੈ ਲੈਂਦੇ ਆ ਜੋ ਅੱਗੇ ਜਾ ਕੇ ਉਹਨਾਂ ਲਈ ਹਮੇਸ਼ਾ ਪ੍ਰੋਬਲਮਸ ਕ੍ਰੀਏਟ ਕਰਦੇ ਨੇ. तो ये जो चैप्टर है वो तुहाडी साइकोलॉजिकल व्यू के लिए बहुत हैल्पफुल है। साइकोलॉजिकल मतलब मनोवैज्ञानिक तौर के उत्ते जो कि तुहानूं एक
कॉन्फिडेंस देगा कि किस तरह तुसी एग्जाम्स के फियर नू जड़ा है वो कंट्रोल करना है तो अपनी पावर्स नू जड़ा है अपनी स्ट्रेंथ नू अपनी एबिलिटीज़ नू किवें बाहर कढ़ना है तो एक सक्सैसफुल पर्सन जड़ा है अपनी लाइफ दे विच बनना है। सो चलो हुण आपां अपने चैप्टर नू डिस्कस करते हैं। फस्ट जड़ा है डिटेल समरी दे विच उन्होंने जड़े पॉइंट्स मैंशन किए हैं। द ग्रेटेस्ट डे इन द लाइफ ऑफ एनी इंडिविजुअल इज when he begins for the first time to realize himself. I'm repeating it. The greatest day मतलब महान दिन या सब तो बड़ा दिन in the life of any individual मतलब कोई भी सिंगल पर्सन चाहे वो मैं हाँ या तुसी हो is when he begins मतलब स्टार्ट करना शुरू करना when he begins for the first time to realize himself। एक इंसान के लिए सब तो वड्डा सब तो महान दिन वही है जिस दिन वो अपने आप नू रियलाइज़ कर सके कि मैं की करना है या मेरे अंदर की काबिलियत है। इसी विच उन्होंने एक स्टोरी जी है विंसेंट पेल ने अपने फ्रेंड की मैंशन की है कि किवें वो एक अनसक्सैसफुल तो सक्सैसफुल पर्सन बनता। द ऑथर गिव्स एन एग्जाम्पल ऑफ हिज कॉलेज फ्रेंड हु वॉज एन unsuccessful in studies but successful on the athletic field। इस विच उन्होंने अपने एक फ्रेंड की एग्जाम्पल दी है कॉलेज फ्रेंड की एग्जाम्पल दी है जो स्टडीज़ विच अनसक्सैसफुल है मतलब स्टडीज़ विच वो कामयाब नहीं है बट सक्सैसफुल ऑन द एथलैटिक फील्ड बट खेडा दे विच वो काफ़ी सक्सैसफुल है काफ़ी सफल है। तो वही एग्जाम्पल हो सकता है तुहाडे ते भी जिहड़ी है लागू हो रही होवे। कुछ स्टूडेंट्स इदां दे हुंदे हैं जिन्होंने लगता है कि स्टडीज़ जिहड़ी है उन्होंने बस च नहीं है बट वो हमेशा गेम्स दे विच बहुत अच्छे होंदे हैं एंड दे नैवर ट्राई टू फोकस ऑन द स्टडीज़ जस्ट बिकॉज ऑफ दैट फियर। अपने डर दे करके वो अपनी स्टडीज़ के उत्ते फोकस नहीं करते। तो ये चैप्टर उन्होंने बहुत हेल्पफुल रहेगा। वन डे इन अ क्लास इन साइकोलॉजी दे विच पी जड़ा है वो साइलेंट है पी दी आवाज़ नहीं आती बट असी लिखना ज़रूर है। साइकोलॉजी मीन्स मनोविज्ञान। एक दिन मनोविज्ञान की जिहड़ी क्लास लग रही सी हिज प्रोफेसर डिस्क्राइब्ड हाउ द एवरेज मैन फेल्स बिकॉज ही डज नॉट लर्न टू कंट्रोल हिज पार्ट्स कि एक आम आदमी जड़ा है अपनी लाइफ दे विच किवें फेल हो जाता है ਜਦੋਂ अपनी पार्ट्स नू कंट्रोल नहीं कर पाता ਜਦੋਂ अपनी शक्तियों नू एक जगह पे फोकस नहीं कर पाता और उदों जो फोकस नहीं कर पाता इसी करके वो हमेशा अनसक्सैसफुल हो जाता है। तो यही एग्जाम्पल उन्होंने अपनी फ्रेंड की दसी जो अनसक्सैसफुल सी स्टडीज़ दे विच बट सक्सैसफुल सी एथलैटिक फील्ड विच। तो साइकोलॉजी की क्लास दे विच उन्होंने प्रिंसीपल ने उन्होंने प्रोफैसर ने उन्होंने समझाया कि किस तरह असी अपनी काबिलियत नू अपनी फोकस रखना एक जगह पे। द प्रोफैसर गेव द एग्जाम्पल ऑफ बर्निंग ग्लास। हुण प्रोफैसर ने अपनी उस साइकोलॉजी की क्लास विच बच्चों को समझाने के लिए एक एग्जाम्पल लीती और एग्जाम्पल उन्होंने लीती बर्निंग ग्लास की। तुसीं अपने साइंस दे विच भी एक्सपैरीमेंट करते होगे मैगनीफाइंग ग्लास हुंदा है जिहदे नाल तुसीं पेपर के उपर रख के सनरेज फोकस करते हो तो पेपर जिहड़ा थोड़ा हीटअप हो जाता है। तो सेम एग्जाम्पल जी है उन्होंने प्रोफेसर ने लीती द रेज ऑफ द सन फॉलिंग अपॉन अ पीस ऑफ पेपर हैव लिटल इफेक्ट। तो उन्होंने एक पेपर लिता पहला पेपर जिहड़ा है सीधा उन्होंने धुप दे विच रख दिता तो जिहदे नाल जिहड़ियां रेज सीगियां सन दियां उहदा पेपर ते ज़्यादा इफेक्ट नहीं पिया। लेट देम हाउएवर बी ड्रॉन बाय द बर्निंग ग्लास टू अ फोकस दे विल क्रिएट एन इंटेंस हीट। फिर उन्होंने की किया उस पेपर के उपर बर्निंग ग्लास रख दिता। जो पेपर के उपर बर्निंग ग्लास रखा तो सनरेज जिहड़ियां बर्निंग ग्लास के थ्रू होके पेपर तक जा रही सी जिस नाल कि एक जगह फोकस हो रहा सी और फोकस के नाल और रेज जिहड़ियां है उस पॉइंट के उत्ते उन्होंने एक होल कर दिता। इट विल क्विकली बर्न अ होल इन द पेपर। एक छेद हो गया पेपर दे विच क्योंकि पहला एक्सपेरीमेंट उन्होंने की किया पहला सिर्फ एक पेपर रखा पेपर धुप दे विच रख दिता तो सनरेज जिहड़ियां सी उस ते ज़्यादा इफेक्ट नहीं सी कर रही। फिर उन्होंने उसी पेपर के उपर एक मैगनीफाइंग ग्लास लिता एक बर्निंग ग्लास लिता बर्निंग ग्लास जिहड़ा है फोकस कर गया। फोकस की किया सन रेज उसने फोकस कर लिया। जो रेज फोकस हो गया एक जगह पर इकट्ठियाँ हो गई
ਤਾਂ ਉਹਦੇ ਨਾਲ ਕੀ ਹੈ, ਉਸ ਪੁਆਇੰਟ ਦੇ ਉੱਤੇ ਪੇਪਰ ਦੇ ਜਿਸ ਦੇ ਉੱਪਰ ਬਰਨਿੰਗ ਗਲਾਸ ਸੀਗਾ ਉੱਥੇ ਇੱਕ ਛੇਦ ਹੋ ਗਿਆ, ਹੋਲ ਹੋ ਗਿਆ। The professor explained that if a man starts to draw his unused parts to a focus, he will get success। ਤਾਂ ਪ੍ਰੋਫੈਸਰ ਨੇ ਸਮਝਾਇਆ ਕਿ ਸੇਮ ਸਾਡੀ ਵੀ ਜ਼ਿੰਦਗੀ ਇੱਦਾਂ ਦੀ ਹੀ ਹੈ, ਇੱਕ ਪੇਪਰ ਦੀ ਤਰ੍ਹਾਂ ਜਿਹਦੇ ਉੱਪਰ ਮੈਗਨੀਫਾਈਂਗ ਗਲਾਸ ਰੱਖ ਕੇ, ਬਰਨਿੰਗ ਗਲਾਸ ਰੱਖ ਕੇ, ਫੋਕਸ ਕਰਕੇ ਅਗਰ ਅਸੀਂ ਹੋਲ ਕਰ ਸਕਦੇ ਹਾਂ ਤਾਂ ਸਾਡੀ ਲਾਈਫ ਵੀ ਇੱਦਾਂ ਦੀ ਹੈ। ਜਦੋਂ ਅਸੀਂ ਆਪਣੀ ਅਨਯੂਜ਼ਡ ਪਾਰਟਸ ਨੂੰ ਫੋਕਸ ਕਰਾਂਗੇ, ਉਹ ਪਾਰਟ ਜੋ ਕਿਤੇ ਨਾ ਕਿਤੇ ਛਿਪ ਗਈਆਂ, ਹਿਡਨ ਹੈ ਜਾਂ ਸਾਨੂੰ ਡਰ ਦੇ ਕਰਕੇ ਉਹ ਦਿਖ ਨਹੀਂ ਰਹੀਆਂ, ਉਹ ਅਨਯੂਜ਼ਡ ਪਾਰਟਸ ਨੂੰ ਜਦੋਂ ਅਸੀਂ ਫੋਕਸ ਕਰਨਾ ਸ਼ੁਰੂ ਕਰਾਂਗੇ, ਵੀ ਵਿਲ ਗੈਟ ਸਕਸੈਸ। अगर हर इंसान अपनी अनयूज पार्ट ਨੂੰ ਫੋਕਸ ਕਰ ਲੇ, ਕੰਸਨਟਰੇਟ ਕਰ ਲੇ, ਆਪਣੀ ਮੈਂਟਲ ਪਾਰਟ ਜਿਹੜੀ ਉਹਨੂੰ ਸਮਝਣ ਲੱਗ ਜਾਏ ਤਾਂ ਉਹ ਕੀ ਹੈ, ਸਕਸੈਸਫੁਲ ਹੋ ਜਾਏਗਾ। ਦਿਸ ਐਕਸਪੈਰੀਮੈਂਟ ਹੈਲਪ ਦ ਆਥਰਸ ਫਰੈਂਡ ਟੂ ਰਿਅਲਾਈਜ਼ ਦ ਕਾਜ਼ ਆਫ ਹਿਸ ਓਨ ਫੇਲੀਅਰ। ਤਾਂ ਇਸ ਐਕਸਪੈਰੀਮੈਂਟ ਦੇ ਨਾਲ ਉਹਨਾਂ ਦੇ ਵਿੰਸੈਂਟ ਪੀਲ ਦੇ ਫਰੈਂਡ ਦੇ ਉੱਤੇ ਬਹੁਤ ਪ੍ਰਭਾਵ ਪਿਆ। ਤਾਂ ਉਹਨਾਂ ਨੂੰ ਸਮਝ ਆ ਗਈ ਕਿ ਕਿਸ ਤਰ੍ਹਾਂ ਜਿਹੜੀ ਮੇਰੀ ਫੇਲੀਅਰ ਹੈ ਉਹ ਹੋ ਰਹੀ ਸੀ, उसके पीछे कारण की सी। कॉज मतलब कारण। तो उन्होंने पता चल गया द कॉज ऑफ हिज ऑन फेलियर। ऑन मतलब अपनी फेलियर का उन्होंने पता चल गया, अपनी असफलता उन्होंने पता चल गया। समझ गए कि मैं फोकस नहीं सी कर रहा अपनी स्टडीज़ दे उत्ते, इस करके मैं उस दे विच अनसक्सैसफुल सी। और मैं गेम्स दे विच, एथलैटिक्स विच फोकस कर रहा सी, तो उस दे करके मैं उहदे विच सक्सैसफुल सी। So his self-realization changed his failure into success। तो जिस दिन उसਨੂੰ ਇਹ ਸਮਝ ਆ ਗਈ, ਉਹਦੇ ਲਈ ਸਭ ਤੋਂ ਵੱਡਾ ਦਿਨ ਸੀ, ਸਭ ਤੋਂ ਮਹਾਨ ਦਿਨ ਸੀ, because he get the realization of his own। ਉਹਨੂੰ ਆਪਣਾ ਪਤਾ ਚੱਲ ਗਿਆ ਕਿ ਮੈਂ ਕਿੱਥੇ ਗਲਤ ਹਾਂ ਜਾਂ ਮੇਰੇ ਕਿਹੜੇ ਕਾਰਨ ਹੈ ਜਿਸ ਕਰਕੇ ਮੈਂ ਕਾਮਯਾਬ ਨਹੀਂ ਹੋ ਰਿਹਾ। and his self-realization changed his failure into success। ਔਰ ਉਹਨਾਂ ਦੀ ਜਿਹੜੀ ਫੇਲੀਅਰ ਸੀ ਉਹ ਸਕਸੈਸ ਵਿੱਚ ਚੇਂਜ ਹੋ ਗਈ। स्टूडेंट की लाइफ के विच टीचर्स का बहुत वड्डा रोल होंदा है। टीचर ही है जो बच्चों ने समझा सकता है कि किस तरह वो गलत नूं सही करन, किस तरह अगर वो अपनी दिशा तो बदल चुके ने, अपना रास्ता भटक चुके ने। इत्थे रास्ता भटकना मतलब कि जिहड़े अपने पाथ ने, अपनी सक्सैस वाल असीं वध रहे हैं, अगर असीं उस तो डिस्ट्रैक्ट हो जाते हैं तो किवें दोबारा उस पाथ ते आना है। ये हमेशा एक टीचर ही है, एक प्रोफैसर या टीचर जो एक स्टूडेंट नूं हमेशा एक सही डायरैक्शन दे विच लेके जा सकता है। सिमिलरली विंसेंट पील दे भी प्रोफैसर ने एक एग्जाम्पल लिता सो दैट स्टूडेंट्स नूं समझ आए कि उन्होंने जिहड़ी फेलियर का कारण है वो की है। कारण की सी कि एक जगह फोकस नहीं सी कर पा रहे, एक जगह अपने आप नहीं, अपनी पार्ट्स नूं कंट्रोल नहीं सी कर पा रहे, और कंट्रोल ना होने के कारण वो फेलियर हो रहे सी। एंड व्हेन दे रियलाइज, व्हेन दैट फ्रेंड रियलाइज कि हाउ टू कंट्रोल द पार्ट्स, his failure changed into success। ਹੁਣ ਇੱਕ ਹੋਰ एग्जाम्पल ਜਿਹੜੀ ਆਪਾਂ डिस्कस करते हैं। विलियम जेम्स, a great psychologist, said man habitually use only a small part of the parts which they possess and which they might use under appropriate circumstances। ਹੁਣ ਇਹ ਜਿਹੜੀ ਕੋਟ ਹੈ ਬੜੇ ਧਿਆਨ ਨਾਲ ਸਮਝਣ ਵਾਲੀ ਹੈ, क्योंकि ये साइकोलॉजिस्ट मीनस मनोविज्ञानिक, वो इंसान जो मनोविज्ञान मतलब तेरी मैंटल पावर बारे दसदा है, उन्होंने असीं बोलते हैं साइकोलॉजिस्ट। मैन हैप्चुअली मीनस आम तौर पर जी साडी आदत है या आदतन जिन्हों आप बोलते हैं, यूज ओनली अ स्मॉल पार्ट ऑफ द पार्ट्स विच दे पोजेस। असीं सिर्फ उन्नी की पार यूज़ करते हैं, उन्नी की अपनी पीढ़ी शक्तियां ने यूज़ करते हैं जो साढ़े कोल है या जो सानू लगता है कि बस इन्नी की असीं रखी हुई है। एंड विच दे माइट यूज़ अंडर अप्रोप्रिएट सर्कमस्टांसिस। अप्रोप्रिएट उचित, कैपेसिटी समर्था, सर्कमस्टांसिस हालात कि वो कैपेसिटी उन्नी की असीं यूज़ करते हैं अपनी पार दी जिन्नी असीं पोजेस करते हैं, तो वो भी कदी किसी सर्कमस्टांस के उत्ते उहनूं यूज़ करते हैं। Average man uses but 20% of his brain parts। एक आम जड़ा आदमी है, एवरेज जड़ा इंसान है, वो सिर्फ अपने ब्रेन का 20% यूज़ करता है। सी अगर असी 100% यूज़ करना शुरू हो जाइए, I mean अगर असी 100% यूज़ करना शुरू हो जाइए, then असी
ਜਿਹੜੇ ਫੇਅਰ ਹੈ ਜਾਂ ਕੋਈ ਵੀ ਸਾਡੇ ਅੰਦਰ ਜਿਹੜੀ ਹਿਡਨ ਟੈਲੈਂਟਸ ਕਿਤੇ ਛੁਪ ਜਾਂਦੇ ਨੇ ਜਾਂ ਅਸੀਂ ਜਿੱਥੇ ਅਨਸਕਸੈਸਫੁਲ ਹੋ ਰਹੇ ਹਾਂ ਉਹ ਸ਼ਾਇਦ ਨਾ ਹੋਵੇ। It happens only when we are not concentrating, when we are not focusing, when we are thinking कि शायद साढ़े अंदर एक काबिलियत ही नहीं है कि ਅਸੀਂ ਇਸ ਚੀਜ਼ ਨੂੰ ਕਰ ਸਕੀਏ। So all that is revolving around here। ਇਸ ਜਗ੍ਹਾ ਦੇ ਉੱਤੇ ਹੈ ਕਿ ਅਸੀਂ ਆਪਣੀ ਮੈਂਟਲ ਪਾਵਰ ਨੂੰ ਕਿਵੇਂ ਯੂਜ਼ ਕਰਨਾ ਹੈ, ਕਿਵੇਂ ਫੋਕਸ ਕਰਨਾ ਹੈ। ਐਂਡ ਇਸ ਚੈਪਟਰ ਦੇ ਵਿੱਚ ਸਾਈਕੋਲੋਜਿਸਟ ਜਿਹੜੇ ਹੈ ਜਾਂ ਪ੍ਰੋਫੈਸਰ ਹੈ ਉਹਨਾਂ ਨੇ ਹੈਲਪ ਕੀਤੀ ਹੈ ਸਟੂਡੈਂਟਸ ਦੀ ਕਿ ਕਿਸ ਤਰ੍ਹਾਂ ਤੁਸੀਂ ਫੋਕਸ ਕਰ ਸਕਦੇ ਹੋ, ਕਿਸ ਤਰ੍ਹਾਂ ਤੁਸੀਂ ਆਪਣੇ ਮਨ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਆਪਣੀ ਫੇਲੀਅਰ ਨੂੰ ਆਪਣੀ ਸਕਸੈਸ ਦੇ ਵਿੱਚ ਚੇਂਜ ਕਰ ਸਕਦੇ ਹੋ। The great success of life is to use unused parts। ਜਿਹੜਾ ਮੈਸੇਜ ਜਿਹੜਾ ਹੈ ਨਾਰਮਨ ਵਿੰਸੈਂਟ ਪੀਲ ਨੇ ਇਹਦੇ ਵਿੱਚ ਦਿੱਤਾ ਹੈ ਉਹ ਇਹ ਦਿੱਤਾ ਹੈ ਹਾਊ ਟੂ ਯੂਜ਼ ਦ ਅਨਯੂਜ਼ਡ ਪਾਰਟਸ। ਆਪਣੀ ਅਨਯੂਜ਼ਡ ਪਾਰਟਸ ਨੂੰ ਅਸੀਂ ਕਿਵੇਂ ਯੂਜ਼ ਕਰਨਾ ਹੈ ਅਤੇ ਕਿਵੇਂ ਉਹ ਪਾਰਟਸ ਨੂੰ ਯੂਜ਼ ਕਰਕੇ ਅਸੀਂ ਸਕਸੈਸ ਜਿਹੜੀ ਆ ਉਹ ਪਾਣੀ ਹੈ, ਕਿਵੇਂ ਸਫਲਤਾ ਜਿਹੜੀ ਆ ਉਹ ਪ੍ਰਾਪਤ ਕਰਨੀ ਹੈ। If we use this power, we can become persons of great strength। ਅਗਰ ਅਸੀਂ ਉਹ 20% ਤੋਂ ਉੱਪਰ ਵੀ ਅਗਰ ਆਪਣੀ ਪਾਵਰ ਨੂੰ ਯੂਜ਼ ਕਰਨਾ ਸ਼ੁਰੂ ਕਰ ਦਈਏ then we can become persons of great strength। ਅਸੀਂ ਉਹ ਇਨਸਾਨਾਂ ਵਿੱਚ ਹੋਵਾਂਗੇ ਜਿਨ੍ਹਾਂ ਦੀ ਸਟਰੈਂਥ ਜਿਹੜੀ ਹੈ, ਜਿਨ੍ਹਾਂ ਦੀ ਪਾਵਰ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ। If we will be able to master all circumstances ਹਾਲਾਤ, ਅਗਰ ਅਸੀਂ ਇਹਨਾਂ ਸਾਰੀ ਅਨਯੂਜ਼ਡ ਪਾਵਰਸ ਨੂੰ ਯੂਜ਼ ਕਰਨਾ ਸ਼ੁਰੂ ਕਰਾਂਗੇ ਤਾਂ ਅਸੀਂ ਆਪਣੇ ਹਰ ਸਰਕਮਸਟਾਂਸ ਦੇ ਮਾਸਟਰ ਹੋ ਜਾਵਾਂਗੇ। ਸਰਕਮਸਟਾਂਸ ਦੇ ਮਾਸਟਰ ਮਤਲਬ ਕਿ ਚਾਹੇ ਸਾਡੀ ਲਾਈਫ ਦੇ ਵਿੱਚ ਕੁਝ ਬੁਰਾ ਹੋ ਰਿਹਾ ਚਾਹੇ ਕੁਝ ਅੱਛਾ ਹੋ ਰਿਹਾ, ਅਸੀਂ ਇੱਕ ਬੈਲੈਂਸ ਬਣਾ ਕੇ ਚੱਲਾਂਗੇ, ਇੱਕ ਸੰਤੁਲਨ ਬਣਾ ਕੇ ਚੱਲਾਂਗੇ ਕਿ ਕਿਵੇਂ ਹਰ ਸਿਚੁਏਸ਼ਨ ਦੇ ਵਿੱਚ ਅਸੀਂ ਹੈਂਡਲ ਕਰਨਾ ਹੈ ਖੁਦ ਨੂੰ ਔਰ ਕਿਵੇਂ ਉਸ ਪ੍ਰੋਬਲਮ ਨੂੰ ਜਿਹੜਾ ਹੈ ਅਸੀਂ ਸੋਲਵ ਕਰ ਸਕਦੇ ਹਾਂ। ਦ ਇੰਪੋਰਟੈਂਟ ਥਿੰਗ ਇਜ਼ ਹਾਊ ਟੂ ਫਾਈਂਡ ਵੀਕਨੈਸ ਐਂਡ ਹਾਊ ਟੂ ਬਿਕਮ ਸਟਰੋਂਗ। ਤਾਂ ਇਸ ਵਿੱਚ ਇਹੀ ਦੱਸਿਆ ਕਿ ਕਿਵੇਂ ਅਸੀਂ ਆਪਣੀ ਵੀਕਨੈਸ ਜਿਹੜੀ ਹੈ, ਆਪਣੀ ਕਮਜ਼ੋਰੀ ਜਿਹੜੀ ਹੈ ਉਹ ਫਾਈਂਡ ਕਰਨੀ ਹੈ ਅਤੇ ਕਿਵੇਂ ਉਸਨੂੰ ਫਾਈਂਡ ਕਰਕੇ ਸਕਸੈਸ ਦੇ ਵੱਲ ਵਧਣਾ ਹੈ। ਦੈਨ ਵੀ ਕੈਨ ਅਟੇਨ ਦ ਸੀਕ੍ਰੇਟ ਆਫ ਪੀਸ ਐਂਡ ਪੋਇਸ। ਪੋਇਸ ਮੀਨ ਸੰਤੁਲਨ। ਜਦੋਂ ਅਸੀਂ ਮਾਸਟਰ ਹੋ ਜਾਵਾਂਗੇ, ਜਦੋਂ ਅਸੀਂ ਆਪਣੀ ਅਨਯੂਜ਼ਡ ਪਾਵਰਸ ਨੂੰ ਯੂਜ਼ ਕਰਨਾ ਸ਼ੁਰੂ ਹੋ ਜਾਵਾਂਗੇ ਦੈਨ we can attain the secret of peace and poise। ਤਾਂ ਉਹਦੇ ਨਾਲ ਕੀ ਹੈ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਬੈਲੈਂਸਡ ਹੋ ਜਾਵਾਂਗੇ, ਇੱਕ ਸੰਤੁਲਨ ਆ ਜਾਏਗਾ ਸਾਡੀ ਲਾਈਫ ਦੇ ਵਿੱਚ, ਪੀਸ ਅਟੇਨ ਹੋ ਜਾਏਗੀ ਕਿਉਂਕਿ ਹੁਣ ਸਾਨੂੰ ਪਤਾ ਹੈ ਕਿ ਚਾਹੇ ਸਾਡੇ ਲਈ ਹਾਲਾਤ ਚੰਗੇ ਨੇ ਚਾਹੇ ਮਾੜੇ ਨੇ, ਅਸੀਂ ਆਪਣੇ ਆਪ ਨੂੰ ਮੈਨੇਜ ਕਰਕੇ ਚੱਲਣਾ ਹੈ, ਆਪਣੇ ਆਪ ਨੂੰ ਬੈਲੈਂਸ ਕਰਕੇ ਚੱਲਣਾ ਹੈ ਸੋ ਦੈਟ ਅਸੀਂ ਆਪਣੀ ਫੇਲੀਅਰ ਨੂੰ ਸਕਸੈਸ ਦੇ ਵਿੱਚ ਬਦਲ ਸਕੀਏ। So the now author explains that fear is the biggest enemy of the man। fear ਡਰ ਜਿਹੜਾ ਹੈ ਉਹ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਤਾਂ ਸਾਡੇ ਫੇਲ ਹੋਣ ਦੇ ਜਿਹੜੇ ਕਾਰਨ ਨੇ ਉਹ ਸਿਰਫ ਡਰ ਦੇ ਕਰਕੇ ਨੇ। ਜਦੋਂ ਅਸੀਂ ਕਿਸੇ ਵੀ ਚੀਜ਼ ਲਈ ਨਰਵਸ ਫੀਲ ਕਰਦੇ ਹਾਂ, ਸਟ੍ਰੈਸਡ ਫੀਲ ਕਰਦੇ ਹਾਂ, ਸਟ੍ਰੇਨਡ ਫੀਲ ਕਰਦੇ ਹਾਂ ਮੀਨਸ ਵੀ ਆਰ ਹੈਵਿੰਗ ਅ ਫੀਅਰ। ਇਸ ਤੋਂ ਪਤਾ ਚੱਲ ਜਾਂਦਾ ਹੈ ਕਿ ਸਾਨੂੰ ਡਰ ਹੈ। It touches every one of us in some way। ਇਹ ਹਰ ਕਿਸੇ ਨੂੰ ਟੱਚ ਕਰਦਾ ਹੈ, ਹਰ ਕਿਸੇ ਨੂੰ ਜਿਹੜਾ ਹੈ ਫੀਅਰ ਹੁੰਦਾ ਹੈ, ਕਿਸੇ ਨਾ ਕਿਸੇ ਤਰੀਕੇ ਦਾ ਫੀਅਰ ਹੈ। ਕਿਸੇ ਨੂੰ ਹੈਲਥ ਦਾ ਹੋ ਸਕਦਾ ਹੈ, ਕਿਸੇ ਨੂੰ ਪੈਸੇ ਦਾ ਹੋ ਸਕਦਾ ਹੈ, ਕਿਸੇ ਨੂੰ ਐਕਸੀਡੈਂਟ ਦਾ ਹੋ ਸਕਦਾ ਹੈ, ਕਿਸੇ ਨੂੰ ਜੌਬ ਦਾ ਹੋ ਸਕਦਾ ਹੈ। ਹਰ ਤਰ੍ਹਾਂ ਦਾ ਜਿਹੜਾ ਫੀਅਰ ਹੈ ਉਹ ਹੋ ਸਕਦਾ ਹੈ। No person is at his best or in full control of his powers if he is victim of fear। ਅਗਰ ਉਹ ਇਨਸਾਨ ਡਰ ਦਾ ਸ਼ਿਕਾਰ ਹੈ, ਵਿਕਟਿਮ ਹੈ ਫੀਅਰ ਦਾ, ਤਾਂ ਉਹ ਕਦੀ ਵੀ ਆਪਣਾ ਬੈਸਟ ਨਹੀਂ ਦੇ ਸਕਦਾ, ਨਾ ਹੀ ਉਹ ਆਪਣੀ ਜਿਹੜੀ ਪਾਵਰਸ ਨੇ ਉਹਨੂੰ ਕੰਟਰੋਲ ਦੇ ਵਿੱਚ ਰੱਖ ਸਕਦਾ ਹੈ। No person is at his best or in full control of his powers if he is victim of fear। ਅਗਰ ਉਹ ਫੀਅਰ ਦਾ ਵਿਕਟਿਮ ਹੈ, ਡਰ ਦਾ ਸ਼ਿਕਾਰ ਹੈ ਤਾਂ ਕਦੀ ਵੀ ਆਪਣੀ ਪਾਵਰਸ ਨੂੰ ਯੂਜ਼ ਨਹੀਂ ਕਰ ਸਕਦਾ। ਐਗਜ਼ਾਮਪਲ ਤੁਹਾਡੇ 'ਤੇ ਵੀ ਲਾਗੂ ਹੁੰਦੀ ਹੈ। ਜਦੋਂ ਤੁਹਾਡੇ ਉੱਤੇ ਐਗਜ਼ਾਮਸ ਦਾ ਫੀਅਰ ਹੁੰਦਾ ਹੈ ਤਾਂ ਤੁਸੀਂ ਕਿੱਥੇ ਨਾ ਕਿੱਥੇ ਆਪਣਾ ਜਿਹੜਾ ਹੈ ਉਹ 100% ਨਹੀਂ ਦੇ ਪਾਉਂਦੇ। ਉਹ ਡਰ ਦੇ ਕਰਕੇ ਜੋ ਤੁਸੀਂ ਪੜ੍ਹ ਰਹੇ ਹੁੰਦੇ ਹੋ ਉਹਨੂੰ ਵੀ ਬਾਰ-ਬਾਰ ਭੁੱਲਣਾ ਸ਼ੁਰੂ ਹੋ ਜਾਂਦੇ ਹੋ ਬਿਕੋਜ਼ ਦੈਟ ਟਾਈਮ ਯੂ ਆਰ ਨਾਟ ਏਬਲ ਟੂ ਗਿਵ ਯੋਰ ਬੈਸਟ, you are not able to control your powers just because of the fear। ਡਰ ਦੇ ਕਰਕੇ ਹੀ ਇਹ ਸਭ ਕੁਝ ਹੁੰਦਾ ਹੈ। most of the fears are generally imaginary। imaginary ਮਤਲਬ ਸੋਚ,
हो सकता है वो साढ़े सामने ना होए उस चीज़ का डर, लेकिन उसकी सोच जिहड़ी है, उस डर की सोच ही सानू डरा के रख दिंदी है। वो इन्ना क डरा दिंदी है कि असीं अपनी पावर्स नू यूज़ ही नहीं कर पाते, असीं हार मान लैंदे आ, असीं फेल जिहड़ियां नू एक्सैप्ट कर लैंदे आ। इट इज़ वेरी असेंशियल, असेंशियल मतलब ज़रूरी, असेंशियल ज़रूरी, इट इज़ वेरी असेंशियल टू हैव अ गुड लुक एट आवर फीयर्स। अपने डर दे बारे सानू जानना बहुत ज़रूरी है, ताई असीं उस डर दे उत्ते काबू कर पावांगे। बिकॉज फीयर्स ऑफ वन काइंड एंड अनदर हॉन्ट अस। हॉन्ट मतलब बार बार सताना, कोई चीज़ जिहड़ी बार बार परेशान करे। फीयर्स ऑफ वन काइंड एंड अनदर हॉन्ट अस एंड कास्ट अ शैडो ओवर आवर हैप्पीनेस। तो फीयर की करता है, सानू किथे ना किथे डरा दिंदा। वो डर जिहड़ा है साडे अंदर, जिहड़ा इमेजिनरी डर बैठा होया है, जिहड़ा साडी सोच वाला डर जिहड़ा बैठा होया है, वो साडी खुशियां नू भी कंट्रोल कर लैंदा है। साडी खुशियां दे उत्ते कवर अप हो जाता है, एक शैडो बन जाता है, जिस करके असीं अपनी खुशियां तो, अपनी हैप्पीनेस तो बहुत दूर चले जाने आ, अपनी सक्सेस तो बहुत दूर चले जाने आ और फेलियर दे वल वधना शुरू हो जाने आ। फेलियर ताई जिहड़ी खत्म हो सकती है अगर असीं अपनी फीयर नू कंट्रोल कर लिए, ते कंट्रोल करके अपनी पावर्स नू एक सही दिशा विच फोकस करके यूज़ करना शुरू करिए। ओनली देन वी विल बी एबल टू गेट सक्सेस, वी विल बी एबल टू गेट पीस, वी विल बी एबल टू गेट हैप्पीनेस। अगर असीं अपने फीयर नू, अपने डर नू कंट्रोल कर लिया तो असीं खुशियां पा लियां, असी हैप्पीनेस पा ली, असी अपनी सीक्रेट जिहड़ा सक्सेस दा, सक्सेस वाल, सफलता वाल वधना शुरू हो जाने आ। सिर्फ उदों ही हो सकता है व्हेन वी कंट्रोल द फियर, बिकॉज फियर इज़ द बिगेस्ट एनिमी ऑफ द मैन। इंसान का सब तो बड़ा दुश्मन ही उसका डर है। वो डर जो इमेजिनरी है, जो असीं सोच के बैठे हैं ख्यालों विच कि अगर ये ना होया तो की होगा, जे मैं पास ना होया तो की होगा, जे एग्जाम वधिया ना होया तां की होगा, जे मैम ने डांट दिता तां की होगा। और डर जिहड़ा है सानू कुछ चंगा करन दे लई हमेशा रोक दिंदा है, हमेशा संभाल लेंदा कि ये चीज़ तुसीं करनी नहीं है, और इसी वजह नाल असीं किथे ना किथे अपनी सक्सेस तो दूर होना शुरू हो जाने आ। सो वी हैव डिस्कस अबाउट फियर, आपां डर दे बारे डिस्कस किया है। नाउ वी विल डिस्कस हाउ टू एस्केप फ्रॉम फियर, कि डर तो बचना किवें है, डर तो निकलना किवें है। गिलबर्ट चेस्टरटन्स sermon was, if I had only one sermon to preach, it would be sermon against fear। तड़ी इसी चैप्टर दे विच एग्जाम्पल्स दित्तियां हुई हैं, जिहदे विच एक वॉल्यूम ऑफ सर्मन्स इशू कीते हैं। सर्मन्स मतलब उपदेश, धार्मिक उपदेश, जिहड़े उपदेश असीं किसी धर्म दे रिलेटेड दिंदे आ उसनूं असीं बोलदे आ सर्मन। तो गिलबर्ट चेस्टरटन दे सर्मन दे विच एक सर्मन उन्होंने ने की दिता है, इफ आई हैड ओनली वन सर्मन टू प्रीच। प्रीच मतलब प्रचार करना, कि अगर कभी मैं किसी एक सर्मन नू, एक उपदेश नू अगर मैं प्रचार करना है, इट वुड बी सर्मन अगेंस्ट फियर। और सर्मन जिहड़ा है, उपदेश जिहड़ा है, वो किस दे अगेंस्ट होएगा, डर दे अगेंस्ट, अगेंस्ट द फियर। ओनली यू कैन कॉन्कर योर फियर्स, कॉन्कर जित। एक सिर्फ तुसी ही हो जिहड़े अपने फियर दे उत्ते, अपने डर दे उत्ते जित प्राप्त कर सकते हो। अदर्स में हेल्प यू बट अल्टीमेटली यू मस्ट डू इट योरसेल्फ। दूसरे तुहाडी मदद जरूर करनगे, पर अखीर विच तुसी ही उस डर दे उत्ते जिहड़ी है जित प्राप्त करनी है। अगर तुसी अपनी हिम्मत बनाए रखोगे तो वो डर जिहड़ा है वो हौली हौली किथे ना किथे खत्म हो जाना है। अ फियर इज जस्ट एन इमेजिनेटिव घोस्ट। फियर जिहड़ा है, डर की है, एक इमेजिनेटिव घोस्ट है। घोस्ट मतलब भूत, एक सिर्फ मन का जिहड़ा कहने आपां भरम है, जिहड़ा असीं सोच के बैठे हैं कि नहीं, डर जिहड़ा है सानू कुछ अगे नहीं वधन देगा, डर जिहड़ा है सानू सक्सेस नहीं प्राप्त करन देगा। तो फियर एक सिर्फ इमेजिनेशन है, वो असल विच हुंदा नहीं है, जो सानू सिर्फ डरा रहा है। और वो डरा इसीलिए रहा है क्योंकि असीं अपना फोकस नहीं कर पाते। सो व्हेन वी स्टार्ट फोकसिंग, अल्टीमेटली दैट फियर विल गो समवेयर। मतलब जदों असीं फोकस करना शुरू हो जाएंगे, और डर हौली हौली गायब हो जाएगा और असीं अल्टीमेटली अपनी सक्सेस वाल पहुंच जावांगे। सो लास्ट पार्ट इस चैप्टर का आप डिस्कस करते हैं, जिहदे विच पॉइंट है फेथ इन हिम। फेथ इन हिम का मतलब
अपने उत्ते फेथ रखना, अपने उत्ते यकीन रखना। उन्हें दे विच एक एग्जाम्पल दी है, अ ग्रेट जापानीज कगावा, अ प्रीचर एंड सोशल वर्कर वंस विजिटेड राइटर्स कंट्री। राइटर इस चैप्टर का कौन है? नॉर्मन विंसेंट पील। तो एक बारी जो जापानीज जेडे हैं उन्होंने नाम है कगावा। प्रीचर, प्रीचर हुंदा है प्रचारक, एंड सोशल वर्कर जेडे सोसाइटी दे विच काम करते हैं लोगों की भलाई दे लिए। वंस विजिटेड राइटर्स कंट्री, सो वंस एक बारी जापानीज जेड़ा है कगावा जो कि प्रचारक भी सी ते एक सोशल वर्कर भी सी, वो नॉर्मन विंसेंट पील दी कंट्री दे विच उन्होंने विजिट किया। Everyone noted that he carried about himself a sense of peace, inner strength and confidence. हर एक ने नोटिस किया उथे कि जो कगावा है, जो प्रीचर है, सोशल वर्कर हैं, उन्होंने अंदर काफ़ी ज़्यादा पीस है, इनर स्ट्रेंथ है, कॉन्फिडेंस है। स्ट्रेंथ मतलब ताकत, कि जी उन्होंने इनर स्ट्रेंथ है मतलब आत्मिक जो स्ट्रेंथ है वो काफ़ी ज़्यादा स्ट्रोंग है, तो उन्होंने कॉन्फिडेंस जोड़ा है वो भी काफ़ी ज़्यादा है। He gave a priceless secret. Priceless secret मतलब priceless, जिसकी कीमत ना लगाई जा सके। He gave a priceless secret by saying that immerse yourself over a long period in the grace of God. उन्होंने एक सीक्रेट दिता, एक रहस्य दिता, राज दिता लोगों को, कि दसिया कि इमर्स योरसेल्फ। इमर्स मतलब डुबना, कि खुद नू परमात्मा की कृपा दे विच डुबा लो। इमर्स योरसेल्फ ओवर अ लॉन्ग पीरियड इन द ग्रेस ऑफ गॉड। अपने आप नू परमात्मा की कृपा दे विच डुबा लो चंगी तरह काफ़ी टाइम दे ली। एंड देन नथिंग कैन डिस्ट्रॉय यू। और फिर की होएगा? कोई भी चीज़ तुहानू जिहड़ी है डिस्ट्रॉय नहीं कर सकती। डिस्ट्रॉय मीन्स बर्बाद। तो कोई भी चीज़ तुहानू डिस्ट्रॉय नहीं कर सकती, चाहे वो जिन्ना मर्जी वड्डा फीयर क्यों ना होवे। then you will not follow the path of failure। कि जदों तुसी अपने आप नू गॉड दी ग्रेस दे विच इमर्स कर लोगे, परमात्मा दी कृपा दे विच अपने आप नू डुबो लोगे, तो तुसी फेलियर दे नज़दीक भी नहीं जाओगे। You will just lead the path of the success। I will read this for you again। A great Japanese Kagawa, a preacher and social worker, once visited writer's country. Everyone noted that he carried about himself a sense of peace, inner strength and confidence. He gave a priceless secret by saying that immerse yourself over a long period in the grace of God and then nothing can destroy you. Nothing will destroy when you yourself immerse in the grace of God, when you have faith in you, when you have inner strength, when you have confidence। कि जदों तुहाडे अंदर खुद एक कॉन्फिडेंस आ जाएगा, इनर स्ट्रेंथ आ जाएगी, पीस आ जाएगा और खुद पे यकीन हो जाएगा। when you have faith in you, then you will not follow the path of failure। nothing will destroy you। कोई भी चीज़ तुहानू बर्बाद नहीं करेगी, तुसी फेलियर वाल नहीं जाओगे, डर जेड़ा है वो ख़त्म हो जाएगा एंड यू लीड सक्सेस ओनली। तुहानू सिर्फ सक्सेस मिलेगी, सफलता मिलेगी। सो नाउ द लास्ट पार्ट ऑफ द चैप्टर, व्हेन यू हैव relationship with God, you will be far away from your fears। just think that you are not alone, but that God watches over you and cares for you and will bring through all difficulties। then you will have total peace of mind, confidence, not fear will be yours forever। इसका मतलब देखो कि when you have relationship with God, ਜਦੋਂ ਤੁਹਾਡਾ ਰਿਲੇਸ਼ਨਸ਼ਿਪ ਜਿਹੜਾ ਹੈ God ਦੇ ਨਾਲ ਹੋ ਜਾਂਦਾ ਹੈ, ਜਦੋਂ ਤੁਹਾਡਾ ਸੰਬੰਧ ਜਿਹੜਾ ਹੈ ਉਹ ਪਰਮਾਤਮਾ ਨਾਲ ਹੋ ਜਾਂਦਾ ਹੈ, you will be far away from your fears। ਤਾਂ ਤੁਸੀਂ ਆਪਣੇ ਡਰ ਤੋਂ ਕਾਫੀ ਦੂਰ ਹੋ ਜਾਂਦੇ ਹੋ। just think that you are not alone। alone मतलब ਇਕੱਲੇ। ਇਹ ਸੋਚੋ ਕਿ ਤੁਸੀਂ ਇਕੱਲੇ ਨਹੀਂ ਹੋ, but that God watches over you। but परमात्मा जिहड़ा है वो तुहानू देख रहा है एंड
cares for you ਤੇ ਤੁਹਾਡੀ ਕੇਅਰ ਵੀ ਕਰਦਾ and will bring through all difficulties ਤੇ ਪਰਮਾਤਮਾ ਹੀ ਜਿਹੜਾ ਹੈ ਉਹ ਤੁਹਾਡੀ ਸਾਰੀ difficulties means ਪਰੇਸ਼ਾਨੀਆਂ ਤੁਹਾਡੀ ਸਾਰੀ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ then you will have total peace of mind ਜਦੋਂ ਤੁਹਾਡੀ ਸਾਰੀ problems tensions fears difficulties सब खत्म हो जाएगा then you will have the total peace of mind तो ਤੁਹਾਡਾ ਜਿਹੜਾ ਮਨ ਹੈ ਤੁਹਾਡਾ ਦਿਮਾਗ ਜਿਹੜਾ ਹੈ ਸ਼ਾਂਤ ਹੋ ਜਾਏਗਾ confidence not fear will be yours forever means ਹਮੇਸ਼ਾ ਲਈ ਤਾਂ ਹਮੇਸ਼ਾ ਲਈ ਤੁਹਾਡੇ ਕੋਲ ਕੀ ਰਹੇਗਾ confidence ਨਾ ਕਿ ਡਰ ਕਿਉਂ ਕਿਉਂਕਿ ਜਦੋਂ ਪਰਮਾਤਮਾ ਨੇ ਤੁਹਾਡੀ ਕੇਅਰ ਕਰਨੀ ਹੈ ਤੁਹਾਡੀ ਸਾਰੀ ਡਿਫਿਕਲਟੀਜ਼ ਨੂੰ ਖਤਮ ਕਰ ਦੇਣਾ ਹੈ that means ਤੁਹਾਡੇ ਅੰਦਰ ਖੁਦ ਇੱਕ faith ਆ ਜਾਏਗਾ ਖੁਦ ਇੱਕ confidence ਆ ਜਾਏਗਾ and then confidence will be yours forever ਤੇ ਹਮੇਸ਼ਾ ਲਈ ਤੁਹਾਡੇ ਕੋਲ ਸਿਰਫ confidence ਰਹਿ ਜਾਏਗਾ ਨਾ ਕਿ ਡਰ so let us sum up the chapter ਆਪਣੇ ਹੁਣ ਚੈਪਟਰ ਨੂੰ ਆਪਾਂ sum up ਕਰ ਲੈਂਦੇ ਹਾਂ ਕਿ ਕੀ ਪੁਆਇੰਟਸ ਜਿਹੜੇ ਹੈ ਆਥਰ ਨੇ ਸਾਨੂੰ ਦੱਸੇ ਨੇ Envy Pill means Norman Vincent Peale gave a beautiful and positive message एक beautiful ਤੇ positive message ਦਿੱਤਾ ਉਹਨਾਂ ਨੇ ਸਾਨੂੰ he told us about self realization you are greater than you think the escape from fear and faith in yourself ਤੇ ਚਾਰ ਮੈਸੇजेस ਜਿਹੜੇ ਹੈ ਨਾਰਮਨ ਵਿੰਸੈਂਟ ਪੀਲ ਨੇ ਸਾਨੂੰ ਦਿੱਤੇ ਹੈ ਪਹਿਲਾ ਮੈਸੇਜ ਹੈ ਸੈਲਫ ਰਿਅਲਾਈਜੇਸ਼ਨ ਜੋ ਆਪਾਂ ਐਗਜ਼ਾਮਪਲ ਜਿਹੜੀ ਡਿਸਕਸ ਕੀਤੀ ਸੀ ਪ੍ਰੋਫੈਸਰ ਦੀ ਕਿ ਪ੍ਰੋਫੈਸਰ ਨੇ ਕਿਸ ਤਰ੍ਹਾਂ ਸਾਈਕੋਲੋਜੀ ਦੀ ਕਲਾਸ ਦੇ ਵਿੱਚ ਬੱਚਿਆਂ ਨੂੰ ਫੋਕਸ ਕਰਕੇ ਸਮਝਾਇਆ ਕਿ ਕਿਵੇਂ ਤੁਸੀਂ ਫੋਕਸ ਕਰਕੇ ਆਪਣੀ ਫੇਲਿਅਰ ਨੂੰ ਆਪਣੀ ਸਕਸੈਸ ਦੇ ਵਿੱਚ ਚੇਂਜ ਕਰ ਸਕਦੇ ਹੋ ਐਂਡ ਦੈਨ ਯੂ ਆਰ ਗ੍ਰੇਟਰ ਦੈਨ ਯੂ ਥਿੰਕ ਇਹਦੇ ਵਿੱਚ ਐਗਜ਼ਾਮਪਲ ਸੀ ਕਿ ਤੁਹਾਡਾ ਬ੍ਰੇਨ ਹੈ ਤੁਸੀਂ ਸਿਰਫ ਉਸਦਾ 20% ਯੂਜ਼ ਕਰਦੇ ਹੋ ਐਂਡ ਇਫ ਯੂ ਸਟਾਰਟ ਯੂਜ਼ਿੰਗ ਇਟ ਦ ਅਨਯੂਜ਼ਡ ਪਾਰਟਸ ਕਿ ਜਦੋਂ ਤੁਸੀਂ ਆਪਣੀ ਅਨਯੂਜ਼ਡ ਪਾਰਟਸ ਨੂੰ ਯੂਜ਼ ਕਰਨਾ ਸ਼ੁਰੂ ਕਰ ਦੋਗੇ then you will get to know that you are greater than you think ਕਿ ਜਿੰਨਾ ਤੁਸੀਂ ਸੋਚ ਰਹੇ ਸੀ ਤੁਸੀਂ ਉਸ ਤੋਂ ਵੀ ਕਾਫੀ ਮਹਾਨ ਹੋ the escape from fear ਜਿਹੜਾ ਹੈ ਇਸ ਚੈਪਟਰ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਡਿਸਕ੍ਰਾਈਬ ਕੀਤਾ ਹੈ ਕਿ fear ਕੀ ਸਿਰਫ ਇੱਕ ਇਮੈਜੀਨੇਸ਼ਨ ਹੈ ਜੋ ਅਸੀਂ ਸਿਰਫ ਸੋਚ ਰਹੇ ਹਾਂ ਲੇਕਿਨ ਉਹ ਐਕਚੁਅਲ ਦੇ ਵਿੱਚ ਹੁੰਦਾ ਨਹੀਂ ਹੈ fear ਹੀ ਹੈ ਜੋ ਸਾਨੂੰ ਕਿਤੇ ਨਾ ਕਿਤੇ ਹਮੇਸ਼ਾ ਆਪਣੀ ਸਕਸੈਸ ਤੋਂ ਰੋਕ ਲੈਂਦਾ ਹੈ ਔਰ ਹਰ ਇੱਕ ਦੇ ਅੰਦਰ ਕੋਈ ਨਾ ਕੋਈ fear ਹੈ ਕਿਸੇ ਨੂੰ ਫਾਈਨੈਂਸ਼ੀਅਲ ਹੈ ਕਿਸੇ ਨੂੰ ਹੈਲਥ ਦੇ ਰਿਲੇਟਡ ਹੈ ਕਿਸੇ ਨੂੰ ਆਪਣੀ ਸਟੱਡੀਜ਼ ਦੇ ਰਿਲੇਟਡ ਹੈ ਸੋ एवरीवन इज ਸਫਰਿੰਗ ਫਰਮ ਦ fear and we have to control this fear the escape from fear and the next one is faith in yourself ਸਭ ਤੋਂ ਵੱਡੀ ਗੱਲ ਹੈ ਅਗਰ ਤੁਸੀਂ ਸੈਲਫ ਰਿਅਲਾਈਜੇਸ਼ਨ ਕਰ ਲਈ ਤੁਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣ ਲਿਆ ਤੁਸੀਂ ਆਪਣੇ ਮਾਈਂਡ ਨੂੰ ਆਪਣੇ ਬ੍ਰੇਨ ਨੂੰ ਆਪਣੀ ਮੈਂਟਲ ਇੰਟੈਲੀਜੈਂਸ ਨੂੰ ਯੂਜ਼ ਕਰਨਾ ਸ਼ੁਰੂ ਕਰਤਾ ਦੈਨ ਤੁਹਾਡੇ ਅੰਦਰ ਖੁਦ ਦੇ ਅੰਦਰ ਇੱਕ ਫੇਥ ਆ ਗਿਆ ਆਪਣੇ ਉੱਪਰ ਯਕੀਨ ਆ ਗਿਆ ਕਦੋਂ ਆਏਗਾ when you start immersing yourself in the grace of God ਕਿ ਜਦੋਂ ਤੁਸੀਂ ਖੁਦ ਨੂੰ God ਦੀ ਗ੍ਰੇਸ ਦੇ ਵਿੱਚ God ਦੀ ਕਿਰਪਾ ਦੇ ਵਿੱਚ ਡੁਬੋ ਲੋਗੇ then you will start having faith in yourself ਤਾਂ ਤੁਹਾਨੂੰ ਖੁਦ ਦੇ ਉੱਤੇ ਇੱਕ ਫੇਥ ਆ ਜਾਏਗਾ ਔਰ ਉਸੇ ਫੇਥ ਕਰਕੇ ਤੁਸੀਂ ਆਪਣੀ ਸਕਸੈਸ ਦੇ ਵੱਲ ਵਧੋਗੇ ਨਾ ਕਿ ਫੇਲਿਅਰ ਦੇ ਵੱਲ ਸੋ ਲੈਟ ਅਸ ਡਿਸਕਸ ਨਿਊ ਵਰਡਸ ਵੈਸੇ ਤਾਂ ਆਪਾਂ ਚੈਪਟਰ ਦੇ ਨਾਲ ਡਿਸਕਸ ਕਰ ਚੁੱਕੇ ਸੀ ਬਟ ਕੁਝ ਵਰਡਸ ਜਿਹੜੇ ਉਹ ਰਹਿ ਗਏ illustration means example ਉਦਾਹਰਣ ਜਦੋਂ ਅਸੀਂ ਕਿਸੇ ਚੀਜ਼ ਦੀ ਉਦਾਹਰਣ ਦਿੰਦੇ ਆ ਜਾਂ ਐਗਜ਼ਾਮਪਲ ਦਿੰਦੇ ਆ ਸੈਕਿੰਡ ਵਰਡ ਇਜ਼ familiar means well known ਜਿਹਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹੋਈਏ well known third one futile is useless use ਹੁੰਦਾ ਹੈ ਕੰਮ ਦਾ useless ਜਿਹੜਾ ਕੰਮ ਨਾ ਹੋਵੇ ਬੇਕਾਰ fourth one reservoir means a store ਭੰਡਾਰ ਜਿਹਨੂੰ ਆਪਾਂ ਬੋਲਦੇ ਆ reservoir fifth one profound deep ਡੂੰਘਾ ਜਦੋਂ ਕੋਈ profound knowledge ਹੈ deep knowledge ਹੈ dissipated weakened means ਕਮਜ਼ੋਰ ਸੋ ਆਈ ਹੋਪ ਕਿ ਅੱਜ ਦਾ ਜਿਹੜਾ ਚੈਪਟਰ ਹੈ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੋ ਇਹਦੇ ਡਾਊਟ ਸੀਗੇ ਰਿਗਾਰਡਿੰਗ ਯੋਰ ਸਕਸੈਸ ਐਂਡ ਫੇਲੀਅਰ ਐਂਡ ਹਾਊ ਟੂ ਫੋਕਸ ਟੂ ਗੈਟ ਦ ਸਕਸੈਸ ਸੋ ਦੈਟ ਕਿ ਚੈਪਟਰ ਦੇ ਨਾਲ ਤੁਹਾਡੀ ਜਿਹੜੀ ਖੁਦ ਦੀ ਫੋਕਸ ਹੋ ਰਹੀ ਹੈ ਉਹ ਵੀ ਬੈਲੈਂਸਡ ਹੋ ਜਾਏਗੀ
ਸਪੈਸ਼ਲੀ ਸਟੂਡੈਂਟਸ ਦੀ, ਕਿਉਂਕਿ ਸਟੂਡੈਂਟਸ ਕੀ ਹੁੰਦਾ ਹੈ ਕਿ ਜਦੋਂ ਐਗਜ਼ਾਮਸ ਟਾਈਮ ਆਉਂਦਾ ਹੈ ਫੀਅਰ ਦੇ ਕਰਕੇ ਉਹ ਹਮੇਸ਼ਾ ਆਪਣੀ ਸਟੱਡੀਜ਼ ਤੋਂ ਬਹੁਤ ਪਰੇ ਹੋ ਜਾਂਦੇ ਨੇ। ਸੋ ਦਿਸ ਚੈਪਟਰ ਇਜ਼ ਜਸਟ ਫॉर द ਸਟੂਡੈਂਟ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਹਾਊ ਟੂ ਗੈਟ ਦ ਸੀਕ੍ਰੇਟ ਆਫ ਹੈਪੀਨੈਸ। ਥੈਂਕ ਯੂ।